हाँ जी बेटा, आप कर रहे सी चैप्टर नंबर 9 साइकोलॉजी एंड स्पोर्ट्स। ये आप टॉपिक चैप्टर कर रहे हैं। ਇਹਦੇ ਵਿੱਚ ਬੇਟਾ ਆਪਾਂ ਕਰ ਰਹੇ ਸੀਗੇ ਡਾਈਮੈਂਸ਼ਨਸ ਆਫ ਪਰਸਨੈਲਿਟੀ। ਚੌਥਾ ਡਾਈਮੈਂਸ਼ਨਸ ਇਹਦੀ ਆਪਾਂ 3 ਕਰ ਲਈਆਂ। ਚੌਥੀ ਹੈਗੀ ਇਮੋਸ਼ਨਲ ਡਾਈਮੈਂਸ਼ਨ। ਇਮੋਸ਼ਨਲ ਡਾਈਮੈਂਸ਼ਨ ਦੇ ਵਿੱਚ ਇਮੋਸ਼ਨਲ ਡਾਈਮੈਂਸ਼ਨ ਇੱਕ ਵਿਅਕਤੀ ਦੀ ਪਰਸਨੈਲਿਟੀ ਵਿੱਚ ਬਹੁਤ ਇੰਪੋਰਟੈਂਟ ਸਥਾਨ ਰੱਖਦਾ ਹੈ, ਬਹੁਤ ਜ਼ਰੂਰੀ ਹੈ। ਇਸ ਲਈ ਵਿਅਕਤੀ ਦੀਆਂ ਵੱਖੋ ਵੱਖਰੀਆਂ ਸਿਚੁਏਸ਼ਨ ਪ੍ਰਤੀ ਰਿਐਕਟ ਕਰਨ ਦੀ ਐਬਿਲਿਟੀ ਸ਼ਾਮਲ ਹੈ। ਵੀ ਵੱਖਰੀ ਵੱਖਰੀ ਸਿਚੁਏਸ਼ਨ 'ਚ ਕਿਵੇਂ ਰਿਐਕਟ ਕਰਦਾ ਵਿਅਕਤੀ, ਉਹ ਸਿਚੁਏਸ਼ਨਸ ਸ਼ਾਮਲ ਨੇ। ਇਮੋਸ਼ਨਸ ਸਾਡੀ ਜ਼ਿੰਦਗੀ ਵਿੱਚ ਨੂੰ ਦਿਲਚਸਪ ਬਣਾਉਣ ਦੇ ਨਾਲ ਨਾਲ ਡਲ, ਹੈਪੀ, ਅਨਹੈਪੀ ਵੀ ਕਰਦੇ ਹਨ। ਇਮੋਸ਼ਨਸ ਡਿਵੈਲਪਮੈਂਟ ਦੇ ਸਾਰੇ ਪੜਾਵਾਂ 'ਤੇ ਹਰੇਕ ਲਿਵਿੰਗ ਆਰਗੇਨਿਜ਼ਮ ਵਿੱਚ ਮੌਜੂਦ ਹਨ। ਮਤਲਬ ਕਿ ਇਮੋਸ਼ਨਸ ਸਾਨੂੰ ਕਈ ਵਾਰੀ ਬਹੁਤ ਜ਼ਿਆਦਾ ਖੁਸ਼ ਕਰ ਦਿੰਦੇ ਨੇ, ਕਈ ਵਾਰੀ ਅਸੀਂ ਬਹੁਤ ਗਮਜ਼ਦਾ ਹੋ ਜਾਂਦੇ ਹਾਂ, ਕਈ ਵਾਰੀ ਡਲ ਹੋ ਜਾਂਦੇ ਹਾਂ। ਕੁਛ ਇਮੋਸ਼ਨਸ ਸਾਨੂੰ ਬਹੁਤ ਟਾਈਮ ਦੇ ਨਾਲ ਨਾਲ ਬਦਲਦੇ ਰਹਿੰਦੇ ਨੇ। ਇਮੋਸ਼ਨਸ ਪਰਸਨਲ ਇਨ ਨੇਚਰ ਅਤੇ ਇੱਕ ਵਿਅਕਤੀ ਤੋਂ ਦੂਸਰੇ ਤੋਂ ਵੱਖਰੇ ਹੁੰਦੇ ਹਨ। ਮਤਲਬ ਹਰੇਕ ਬੱਚੇ ਦੇ ਵੱਖਰੇ ਵੱਖਰੇ ਨੇਚਰ ਹੁੰਦੇ ਨੇ। ਇੱਕ ਬੱਚਾ ਜਨਮ ਦੇ ਇਮੋਸ਼ਨਲ ਐਕਸਪੀਰੀਅੰਸ ਨਾਲ ਪੈਦਾ ਨਹੀਂ ਹੁੰਦਾ, ਪਰ ਐਕਸਪੀਰੀਅੰਸ ਦੁਆਰਾ ਵੱਖੋ ਵੱਖਰੀਆਂ ਇਮੋਸ਼ਨਸ ਨੂੰ ਸਿੱਖਦਾ। ਜਨਮ 'ਤੇ ਕਿਸੇ ਕੋਲ ਇਮੋਸ਼ਨਸ ਨਹੀਂ ਹੁੰਦੇ, ਪਰ ਉਹ ਜਿਵੇਂ ਜਿਵੇਂ ਲਾਈਫ ਆਪਦੀ ਗੁਜ਼ਾਰਦਾ ਉਹ ਸਿੱਖਦਾ ਰਹਿੰਦਾ। ਹਰ ਵਿਅਕਤੀ ਇਮੋਸ਼ਨਸ ਦੇ ਰਿਜ਼ਲਟ ਵਜੋਂ ਸਿਚੁਏਸ਼ਨ ਦਾ ਪ੍ਰਤੀਕਰਮ ਵੱਖਰਾ ਹੁੰਦਾ ਹੈ। ਵੱਖਰੇ ਵੱਖਰੇ ਆਪਣੇ ਇਮੋਸ਼ਨਸ 'ਤੇ ਹਰੇਕ ਵੱਖਰੀ ਤਰ੍ਹਾਂ ਰਿਐਕਟ ਕਰਦਾ ਵਾ। ਹਰ ਇਮੋਸ਼ਨਲ ਐਕਸਪੀਰੀਅੰਸ ਵਿੱਚ ਸਾਡੀ ਬਾਡੀ ਵਿੱਚ ਬਹੁਤ ਸਾਰੀਆਂ ਫਿਜ਼ੀਕਲ ਅਤੇ ਫਿਜ਼ੀਓਲੋਜੀਕਲ ਚੇਂਜਿਸ ਸ਼ਾਮਿਲ ਹੁੰਦੀਆਂ ਹਨ। ਇਹਦੇ ਵਿੱਚ ਬੇਟਾ ਇੰਨਾ ਕੀ ਪੜ੍ਹਨ ਦੀ ਜ਼ਰੂਰਤ ਆ, ਇਮੋਸ਼ਨਲ ਡਾਈਮੈਂਸ਼ਨ। ਹੁਣ ਆਪਾਂ ਇਸ ਤੋਂ ਅੱਗੇ ਜਾਣਾ ਵਾ ਸ਼ੈਲਡਨ ਪਰਸਨੈਲਿਟੀ ਟਾਈਪ। ਬਾਕੀ ਜਿਹੜਾ ਇਹਦੇ ਵਿੱਚ ਇੱਕ ਟ੍ਰੇਟ ਥਿਊਰੀ ਦਿੱਤੀ ਹੋਈ ਆ, ਉਹ 'ਤੇ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਬੇਟਾ, ਸਿੱਧਾ ਸ਼ੈਲਡਨ 'ਤੇ ਆਉਣਾ ਵਾ। ਸ਼ੈਲਡਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਆਪਾਂ ਇਹਦੇ 'ਤੇ ਚੱਲਣਾ ਹਾਂ। ਸ਼ੈਲਡਨਸ ਪਰਸਨੈਲਿਟੀ ਟ੍ਰੇਟ ਦੇ ਵਿੱਚ ਕੀ ਆ, ਇਹ 1940 ਵਿਲੀਅਮ ਹਾਰਬਰਟ ਸ਼ੈਲਡਨ ਦੁਆਰਾ ਕਲਾਸੀਫਾਈ ਕੀਤਾ ਗਿਆ ਸੀਗਾ। ਉਹਦੇ ਦੁਆਰਾ ਬਾਡੀ ਦੀਆਂ ਟਾਈਪ ਬਣਾਈਆਂ ਗਈਆਂ ਸੀਗੀਆਂ। ਇਹ ਫਿਜ਼ੀਕਲੀ ਤੌਰ 'ਤੇ ਫਿਜ਼ੀਕਲ ਡਾਈਮੈਂਸ਼ਨ ਆ। ਉਹਦੇ ਵਿੱਚ ਇਹਨੂੰ 3 ਪਾਰਟ ਦੇ ਵਿੱਚ ਉਹਨੇ ਬਣਾਇਆ। ਇੱਕ ਹੈਗੀ ਸੀ ਐਂਡੋਮੋਰਫ, ਸੈਕਿੰਡ ਐਕਟੋਮੋਰਫ ਅਤੇ ਥਰਡ ਮੈਸੋਮੋਰਫ। ਆਪਾਂ ਸਭ ਤੋਂ ਪਹਿਲਾਂ ਕਰਨਾ ਜੀ ਐਂਡੋਮੋਰਫ। ਐਂਡੋਮੋਰਫ ਫਿਜ਼ੀਕਲੀ ਤੌਰ 'ਤੇ ਕਾਫੀ ਰਾਊਂਡ ਹੁੰਦੇ ਆ, ਮਤਲਬ ਕਿ ਫਿਜ਼ੀਕਲੀ ਗੋਲ ਹੁੰਦੇ ਆ, ਗੋਲ ਮਟੋਲ ਜਿਹੇ ਹੁੰਦੇ ਆ। ਇਹਨਾਂ ਦੀ ਹਾਈਟ ਛੋਟੀ ਹੁੰਦੀ ਆ, ਗੋਲ ਮਟੋਲ ਜਿਹੇ ਹੁੰਦੇ ਆ, ਗੋਲੂ ਜਿਹੇ। ਇਹਨਾਂ ਦੇ ਬਾਡੀ ਫੈਟ ਜ਼ਿਆਦਾ ਹੁੰਦੀ ਆ। ਫਿਜ਼ੀਕਲੀ ਤੌਰ 'ਤੇ ਗੋਲ ਹੁੰਦੇ ਹਨ। ਹੈਂਡ ਐਂਡ ਲੈਗਸ ਛੋਟੇ ਹੁੰਦੇ ਹਨ। ਨੰਬਰ ਏ, ਵਾਈਡ ਹਿਪ ਐਂਡ ਨੈਰੋ ਸ਼ੋਲਡਰ, ਜਿਸ ਨਾਲ ਉਹ ਪੀਅਰ ਸ਼ੇਪ ਦਾ ਹੁੰਦਾ ਹੈ। ਮਤਲਬ ਕਿ ਜਿਹੜੀ ਉਹਨਾਂ ਦੀ ਹਿਪ ਆ ਉਹ ਵਾਈਡ ਹੁੰਦੀ ਆ ਅਤੇ ਜਿਹੜੇ ਸ਼ੋਲਡਰ ਆ ਉਹ ਨੈਰੋ ਹੁੰਦੇ ਆ। ਜਿਹੜਾ ਮਤਲਬ ਕਿ ਆਪਾਂ ਕਹਿ ਦਈਏ ਪੇਟ ਤੋਂ ਹਿਪ ਤੋਂ ਬਹੁਤ ਜ਼ਿਆਦਾ ਮੋਟਾਪਾ ਹੁੰਦਾ ਵਾ। ਬੀ ਪਾਰਟ ਦੇ ਵਿੱਚ ਸਰੀਰ ਦੇ ਅੱਪਰ ਆਰਮ ਐਂਡ ਥਾਈ ਸਮੇਤ ਬਹੁਤ ਸਾਰੀ ਫੈਟ ਹੁੰਦੀ ਆ। ਜਿਹੜੀਆਂ ਆਰਮਸ ਨੇ, ਅੱਪਰ ਆਰਮਸ, ਉਹਦੇ ਥੱਲੇ ਬਹੁਤ ਜ਼ਿਆਦਾ ਮਾਸ ਲਮਕਦਾ ਹੁੰਦਾ। ਥਾਈਜ਼ ਦੇ ਉੱਪਰ ਬਹੁਤ ਜ਼ਿਆਦਾ ਮਾਸ ਹੁੰਦਾ ਵਾ। ਸੀ ਪਾਰਟ ਹੈਗਾ, ਉਹਨਾਂ ਦੀਆਂ ਐਂਕਲਸ ਐਂਡ ਰਿਸਟ ਸਲਿਮ ਹੁੰਦੀਆਂ ਹਨ, ਜੋ ਬਹੁਤ ਸਾਰੀਆਂ ਫੈਟਰ ਪਾਰਟ ਹੁੰਦਾ ਹੈ। ਮਤਲਬ ਕਿ ਜਿਹੜੀ ਐਂਕਲ ਅਤੇ ਰਿਸਟ ਇਹੀ ਸਲਿਮ ਹੁੰਦੀਆਂ, ਬਾਕੀ ਸਾਰੀ ਲੈਗਸ 'ਤੇ ਔਰ ਆਰਮਸ ਦੇ ਉੱਪਰ ਬਹੁਤ ਜ਼ਿਆਦਾ ਫੈਟ ਹੁੰਦੀ ਹੈ ਇਹਨਾਂ ਦੇ ਵਿੱਚ। ਸਾਈਕੋਲੋਜੀਕਲੀ ਦਾ ਐਂਡੋਮੋਰਫ ਇਜ਼ ਸੋਸ਼ੇਬਲ, ਟੋਲਰੈਂਟ, fun loving, love of food, even tempered, good humored, relaxed, with a love of comfort and has a need for affection। ਮਤਲਬ ਕਿ ਖਾਣ ਪੀਣ ਦੇ ਸ਼ੌਂਕੀ ਹੁੰਦੇ ਆ, ਤੁਰਨ ਫਿਰਨ ਦੇ, ਫਨ ਕਰਨ ਦੇ, ਲੋਕਾਂ ਦੇ ਵਿੱਚ ਮੂਵ ਕਰਨ ਲਈ, ਸੁਸਾਇਟੀ ਦੇ ਵਿੱਚ ਮੂਵ ਕਰਦੇ ਆ ਚੰਗੀ ਤਰ੍ਹਾਂ, ਗੁੱਡ ਹਿਊਮਰਡ ਹੁੰਦੇ ਆ ਅਤੇ ਲੋਕਾਂ ਦੇ ਵਿੱਚ ਕੰਫਰਟ ਰਹਿੰਦੇ ਆ। ਇਹ ਸਾਰਾ ਕੁਛ ਐਂਡੋਮੋਰਫ ਦੀਆਂ ਕੁਆਲਿਟੀਜ਼ ਨੇ। ਅਤੇ ਹੁਣ ਦੂਸਰੀ ਟਾਈਪ ਆ ਗਈ ਬੇਟਾ। ਹੁਣ ਦੂਸਰੀ ਟਾਈਪ ਹੁੰਦੀ ਹੈ ਐਕਟੋਮੋਰਫ। ਐਕਟੋਮੋਰਫ ਐਂਡੋਮੋਰਫ ਤੋਂ ਬਿਲਕੁਲ ਡਿਫਰੈਂਟ ਹੁੰਦੀ ਆ। ਐਂਡੋਮੋਰਫ ਗੋਲ ਜਿਹੇ ਹੁੰਦੇ ਆ, ਇਹ ਬਿਲਕੁਲ ਸਲਿਮ ਹੁੰਦੇ ਆ।
ਐਂਡੋਮੋਰਫ ਦੀਆਂ ਲੈਗਸ ਅਤੇ ਆਰਮਸ ਬਹੁਤ ਛੋਟੀਆਂ ਹੁੰਦੀਆਂ, ਪਰ ਇਹਨਾਂ ਦੀਆਂ ਆਰਮਸ ਅਤੇ ਲੈਗਸ ਬਹੁਤ ਲੰਬੀਆਂ ਹੁੰਦੀਆਂ। ਐਂਡੋਮੋਰਫ 'ਤੇ ਫੈਟ ਹੁੰਦੀ ਆ, ਪਰ ਇਹ ਫੈਟੀ ਨਹੀਂ ਹੁੰਦੇ, ਕਿ ਇਹ ਬਿਲਕੁਲ ਸਲਿਮ ਹੁੰਦੇ ਨੇ। ਇਹਦਾ ਪਹਿਲਾ ਪਾਰਟ ਹੈਗਾ ਜੀ, ਇਹ ਪਾਰਟ ਨੈਰੋ ਸ਼ੋਲਡਰ ਐਂਡ ਹਿੱਪ, ਇਹਨਾਂ ਦੇ ਹਿੱਪ ਅਤੇ ਸ਼ੋਲਡਰ ਦੋਵੇਂ ਨੈਰੋ ਹੁੰਦੇ ਆ। ਬੀ ਪਾਰਟ ਹੈਗਾ ਇਹ ਥਿਨ ਐਂਡ ਨੈਰੋ ਫੇਸ, ਫੇਸ ਵੀ ਥਿਨ ਅਤੇ ਨੈਰੋ ਹੁੰਦਾ ਵਿਦ ਹਾਈ ਫੋਰਹੈਡ। ਸੀ ਪਾਰਟ ਹੈਗਾ ਥਿਨ ਐਂਡ ਨੈਰੋ ਚੈਸਟ ਐਂਡ ਅਬਡੋਮੀਨਲ, ਤਿੰਨੇ ਚੀਜ਼ਾਂ ਹੀ ਥਿਨ ਅਤੇ ਨੈਰੋ ਹੁੰਦੀਆਂ ਨੇ। ਥਿਨ ਲੈਗਸ ਐਂਡ ਆਰਮਸ। ਈ ਪਾਰਟ ਹੈਗਾ ਜੀ ਵੈਰੀ ਲਿਟਲ ਬੋਡੀ ਫੈਟ, ਮਤਲਬ ਕਿ ਬਹੁਤ ਹੀ ਘੱਟ ਬੋਡੀ ਫੈਟ ਹੁੰਦੀ ਹੈ ਇਹਨਾਂ ਦੇ ਉੱਪਰ। ਇੱਥੋਂ ਤੱਕ ਕਿ ਉਹ ਐਂਡੋਮੋਰਫ ਜਿੰਨਾ ਖਾਣਾ ਖਾਂਦੇ ਹਨ, ਪਰ ਉਹਨਾਂ ਦਾ ਵੇਟ ਨਹੀਂ ਵੱਧਦਾ। ਇਹ ਸੈਲਫ ਕੌਨਸ਼ੀਅਸ ਹੁੰਦੇ ਆ, ਪ੍ਰਾਈਵੇਟ ਹੁੰਦੇ ਆ, ਇੰਟਰੋਵਰਟਡ ਹੁੰਦੇ ਆ, ਇਨਹੈਬਿਟੇਟਡ ਹੁੰਦੇ ਆ, ਸੋਸ਼ਲੀ ਐਨਜ਼ਾਈਸ ਹੁੰਦੇ ਆ, ਔਰਾਸਟਿਕ ਹੁੰਦੇ ਆ, ਇੰਟੈਂਸ ਹੁੰਦੇ ਆ, ਇਮੋਸ਼ਨਲੀ ਰਿਸਟ੍ਰੇਨਡ, ਥਾਟਫੁਲ ਇਹ ਲੋਕ ਹੁੰਦੇ ਆ। ਇਹ ਜ਼ਿਆਦਾ, ਮੈਂ ਤੁਹਾਨੂੰ ਮੋਟਾ-ਮੋਟਾ ਦੱਸਦਾ, ਆਪਦੇ ਆਪ 'ਚ ਰਹਿਣ ਵਾਲੇ, ਜ਼ਿਆਦਾ ਲੋਕ ਸਮਾਜ 'ਚ ਵਿਚਰਦੇ ਨਹੀਂ ਗੇ, ਨਾ ਲੋਕਾਂ ਨਾਲ ਬਹੁਤਾ ਜ਼ਿਆਦਾ ਮਿਲਦੇ ਵੇ ਆ, ਸੋਸ਼ਲੀ ਇੰਨਾ ਜ਼ਿਆਦਾ ਉਹ ਸਮਾਜ ਦੇ ਵਿੱਚ ਮੂਵ ਨਹੀਂ ਕਰਦੇ ਗੇ, ਆਪਣੇ ਆਪ 'ਚ ਰਹਿਣ ਵਾਲੇ ਇੰਟਰੋਵਰਟਡ ਹੁੰਦੇ ਆ। ਨੈਕਸਟ ਬੇਟਾ ਆ ਗਿਆ ਜੀ ਮੈਸੋਮੋਰਫ। ਮੈਸੋਮੋਰਫ ਇਹਨਾਂ ਦੋਵਾਂ ਤੋਂ ਥੋੜ੍ਹੀ ਜਿਹੀ ਡਿਫਰੈਂਟ ਹੁੰਦੇ ਆ। ਮੈਸੋਮੋਰਫ ਉਹ ਹੁੰਦੇ ਆ ਜਿਹੜੇ ਮਸਕੂਲਰ ਬਾਡੀ ਜਿਨ੍ਹਾਂ ਦੀ ਹੁੰਦੀ ਆ, ਬਾਡੀ ਫੈਟ ਜ਼ਿਆਦਾ ਨਹੀਂ ਹੁੰਦੀ, ਪਰ ਮਸਕੂਲਰ ਸਰੀਰ ਹੁੰਦਾ, ਐਥਲੈਟਿਕ ਬਾਡੀ ਹੁੰਦੀ ਜਿਨ੍ਹਾਂ ਦੀ। ਮੈਸੋਮੋਰਫ ਆਮ ਤੌਰ 'ਤੇ ਰਾਊਂਡ ਐਂਡੋਮੋਰਫ ਐਂਡ ਥਿਨ ਐਕਟੋਮੋਰਫ ਦੇ ਵਿਚਾਲੜਾ ਪਾਰਟ ਆ, ਨਾ ਜ਼ਿਆਦਾ ਪਤਲੇ ਜਾਂ ਜ਼ਿਆਦਾ ਮੋਟੇ, ਵਿੱਚ ਵਿਚਾਲਾ ਪਾਰਟ ਆ। ਇਹ ਪਾਰਟ ਆ ਜੀ ਲਾਰਜ ਹੈਡ, ਬਰੋਡ ਸ਼ੋਲਡਰ, ਨੈਰੋ ਵੇਸਟ। ਹੈਡ ਵੱਡਾ ਹੁੰਦਾ ਵਾ, ਸ਼ੋਲਡਰ ਬਰੋਡ ਹੋ ਸਕਦੇ ਆ, ਨੈਰੋ ਵੇਸਟ ਹੁੰਦੀ ਹੈ ਇਹਨਾਂ ਦੀ। ਬੀ ਪਾਰਟ ਹੈਗਾ ਜੀ ਮਸਕੂਲਰ ਬਾਡੀ ਵਿਦ ਸਟਰੋਂਗ ਫੋਰਆਰਮ ਐਂਡ ਥਾਈ। ਮਸਕੂਲਰ ਬਾਡੀ ਹੁੰਦੀ ਆ, ਜਿਹੜਾ ਫੋਰਆਰਮ ਆਪਣੀ ਜਿਹਨੂੰ ਫੋਰਆਰਮ ਅਤੇ ਥਾਈ ਦੋਨੋਂ ਸਟਰੋਂਗ ਹੁੰਦੀਆਂ ਨੇ। ਸੀ ਪਾਰਟ ਵੈਰੀ ਲਿਟਲ ਬਾਡੀ ਫੈਟ, ਇਹਨਾਂ 'ਤੇ ਬਾਡੀ ਫੈਟ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਇਹ ਐਡਵੈਂਚਰਸ ਹੁੰਦੇ ਆ, ਕਰਜੀਅਸ ਹੁੰਦੇ ਆ, ਇਨਡਿਫਰੈਂਟ ਟੂ ਵਟ ਅਦਰ ਥਿੰਕ ਟੂ ਔਰ ਵਾਂਟ, ਅਸਰਟਿਵ ਹੁੰਦੇ ਆ, bold, just for physical activity, competitive, with a desire for power, dominance and love of risk to chance। ਮਤਲਬ ਇਹ ਲੋਕ ਹੁੰਦੇ ਆ ਐਡਵੈਂਚਰਸ ਹੁੰਦੇ ਆ, ਰਿਸਕ ਲੈਣ ਵਾਲੇ ਲੋਕ, ਇਹ ਡਰਦੇ ਨਹੀਂ ਕਿਸੇ ਚੀਜ਼ ਤੋਂ, ਇਹ ਕੋਈ ਵੀ ਐਕਟੀਵਿਟੀ ਆ ਨਿਰਧਰਕ ਹੋ ਕੇ ਕਰਦੇ ਆ, ਮਤਲਬ ਕਿ ਬਹਾਦਰੀ ਨਾਲ ਹਰ ਕੋਈ ਕੰਮ ਕਰਦੇ ਆ। ਇਹ ਚੀਜ਼ਾਂ ਨਹੀਂ ਸੋਚਦੇ ਵੀ ਕੋਈ ਕੀ ਸੋਚੂਗਾ ਜਾਂ ਕਿਵੇਂ ਸੋਚੂਗਾ, ਉਹ ਆਪਣਾ ਹੀ ਜੋ ਉਹਨਾਂ ਨੇ ਕਰਨਾ ਉਹ ਕਰਕੇ ਰਹਿੰਦੇ ਆ। ਐਕਟਿਵ ਹੁੰਦੇ ਆ, ਕੰਬੈਟਿਵ ਹੁੰਦੇ ਆ, ਡੋਮੀਨੈਂਟ ਹੁੰਦੇ ਆ, ਕੰਪੀਟੀਟਿਵ ਹੁੰਦੇ ਆ। ਇਹ ਸਾਰੀਆਂ ਇਹਨਾਂ ਦੀਆਂ ਕੁਆਲਿਟੀਜ਼ ਹੁੰਦੀਆਂ ਨੇ। ਅੱਗੇ ਇੱਕ ਚਾਰਟ ਬਣਿਆ ਹੋਇਆ ਬੇਟਾ, ਇਸ ਚਾਰਟ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਵੇਖ ਲਿਓ, ਜੇ ਤੁਹਾਨੂੰ ਸਾਰਾ ਕੁਝ ਸਮਝ ਆ ਜਾਊਗਾ। ਇਹ ਤਿੰਨਾਂ ਦੇ ਕਰੈਕਟਰਿਸਟਿਕ ਦੇ। ਨੈਕਸਟ ਆ ਗਿਆ ਜੀ ਇੰਪੋਰਟੈਂਸ ਇਨ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ। ਇਹਨਾਂ ਦੀ ਇੰਪੋਰਟੈਂਸ ਕੀ ਹੁੰਦੀ ਹੈ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਦੇ ਵਿੱਚ, ਪਰਸਨੈਲਿਟੀ ਦੀ। ਪਹਿਲਾਂ ਐਂਡੋਮੋਰਫ। ਐਂਡੋਮੋਰਫ ਵਿੱਚ ਪੀਅਰ ਸ਼ੇਪ ਦੀ ਬਾਡੀ ਹੁੰਦੀ ਹੈ, ਜਿਸ ਨਾਲ ਬਾਡੀ ਅਪਰ ਆਰਮ ਐਂਡ ਥਾਈ ਦੇ ਬਹੁਤ ਜ਼ਿਆਦਾ ਫੈਟ ਹੁੰਦੀ ਹੈ। ਵੇਟ ਲੂਜ਼ ਹੋਣ ਵਿੱਚ ਮੁਸ਼ਕਲ ਹੁੰਦੀ ਹੈ, ਪਰ ਮਸਲ ਤੇਜ਼ੀ ਨਾਲ ਹਾਸਲ ਕਰਦਾ, ਮਤਲਬ ਮਸਲ ਛੇਤੀ ਬਣ ਜਾਂਦੇ ਆ। ਇੱਕ ਹਾਈ ਵੇਸਟ ਅਤੇ ਇੱਕ ਸ਼ਾਰਟ ਸਟਰਕਚਰ ਉਸ ਨੂੰ ਦੂਜੀਆਂ ਟਾਈਪਸ ਦੇ ਮੁਕਾਬਲੇ ਅਬਡੋਮੀਨਲ ਅਤੇ ਥਿਕਰ ਹੋਣ ਦਾ ਭਰਮ ਪ੍ਰਦਾਨ ਕਰਦੀ ਹੈ। ਉਸ ਦੀਆਂ ਅਪਰ ਆਰਮਸ ਐਂਡ ਥਾਈਜ਼ ਹੇਠਲੇ ਹਿੱਸਿਆਂ ਨਾਲੋਂ ਵਧੇਰੇ ਡਿਵੈਲਪਡ ਹੁੰਦੀਆਂ ਹਨ, ਮਤਲਬ ਕਿ ਜਿਹੜੀਆਂ ਅਪਰ ਆਰਮ ਆ ਅਤੇ ਥਾਈ ਆ ਉਹ ਜ਼ਿਆਦਾ ਡਿਵੈਲਪ ਹੁੰਦੀਆਂ ਨੇ। ਐਂਡੋਮੋਰਫ ਦੀ ਸ਼ਕਲ ਦਾ ਵਰਣਨ ਕਰਨ ਦਾ ਇੱਕ ਆਮ ਰਾਊਂਡ ਅਤੇ ਸੌਫਟ ਹੁੰਦੀ ਹੈ, ਜਿਵੇਂ ਪੀਅਰ ਵਾਂਗ। ਇਹ ਸ਼ੇਪ ਮਸਲ ਮਾਸ ਨੂੰ ਆਸਾਨੀ ਨਾਲ ਵਧਾ ਸਕਦੀ ਹੈ, ਮਤਲਬ ਕਿ ਆਪਣਾ ਮਸਲ ਮਾਸ ਵੱਧ ਸਕਦਾ ਆਸਾਨੀ ਨਾਲ। ਐਕਟੋਮੋਰਫ ਇੱਕ ਲਾਰਜਰ ਸਮੂਹ ਕਾਰਨ ਐਂਡੋਮੋਰਫ ਪਾਵਰ ਸਪੋਰਟਸ ਵਿੱਚ ਉੱਤਮ ਹੋ ਸਕਦਾ ਹੈ। ਇਹਦੇ ਜ਼ਿਆਦਾਤਰ ਇਹ ਲੋਕ ਜਿਹੜੇ ਹੁੰਦੇ ਆ, ਇਹ ਡਿਸਕਸ ਥਰੋ, ਹੈਮਰ ਥਰੋ, ਸ਼ਾਰਟ ਪੁੱਟ, ਜੈਵਲਿਨ ਥਰੋ, ਇਹਨਾਂ ਦੇ ਵਿੱਚ ਜ਼ਿਆਦਾ ਇਹ ਪਾਰਟੀਸਪੇਟ ਕਰਦੇ ਆ। ਜੇ ਐਂਡੋਮੋਰਫ ਲਈ ਜੋ ਵਧੀਆ ਹੈ, ਇਹ ਬਾਡੀ ਦੀਆਂ ਟਾਈਪਸ ਆਮ ਤੌਰ 'ਤੇ ਐਜਿਲਿਟੀ ਐਂਡ ਸਪੀਡ ਲਈ ਸੂਟਡ ਨਹੀਂ ਹਨ, ਪਰ ਪਾਵਰ ਲਿਫਟਿੰਗ ਲਈ ਬਹੁਤ ਵਧੀਆ ਹੁੰਦੀਆਂ ਹਨ।
ਮਤਲਬ ਇਹ 'ਚ ਆਪਾਂ ਜ਼ਿਆਦਾ ਜ਼ੋਰ ਲਾ ਸਕਦੇ ਹਾਂ। ਨੈਕਸਟ ਆ ਗਿਆ ਜੀ ਐਕਟੋਮੋਰਫ। ਐਕਟੋਮੋਰਫ ਥੋੜ੍ਹੀ ਜਿਹੀ ਫੈਟ ਔਰ ਮਸਲ ਨਾਲ ਟਾਲ ਅਤੇ ਪਤਲਾ ਹੁੰਦਾ ਹੈ। ਉਸ ਦੇ ਸ਼ੋਲਡਰ, ਚੈਸਟ ਅਤੇ ਹਿੱਪ ਨੈਰੋ ਹੁੰਦੀ ਹੈ। ਉਸ ਦੀਆਂ ਥਿਨ ਲੈਗਸ ਐਂਡ ਆਰਮਸ ਹਨ। ਐਕਟੋਮੋਰਫ ਨੂੰ ਤੇਜ਼ੀ ਨਾਲ ਮੈਟਾਬੋਲਿਜ਼ਮ ਕਾਰਨ ਵੇਟ ਵਧਾਉਣ ਵਿੱਚ ਮੁਸ਼ਕਲ ਆਉਂਦੀ ਹੈ। ਉਸ ਨੂੰ ਮਸਲ ਬਣਾਉਣ 'ਚ ਜ਼ਿਆਦਾ ਸਮਾਂ ਲੱਗਦਾ ਹੈ। ਆਮ ਸ਼ਬਦ ਵਿੱਚ ਆਪਾਂ ਕਹਿ ਲਈਏ ਐਕਟੋਮੋਰਫ ਦੇ ਸਰੀਰ ਦਾ ਆਕਾਰ ਜ਼ਿਆਦਾਤਰ ਰੈਕਟੈਂਗੂਲਰ ਵਾਂਗ ਹੁੰਦਾ ਹੈ। ਉਸ ਦਾ ਲਾਈਟ ਫਰੇਮ ਉਸ ਨੂੰ ਐਂਡਿਓਰੈਂਸ ਈਵੈਂਟ ਲਈ ਲੌਂਗ ਡਿਸਟੈਂਸ ਰਨਿੰਗ, ਜਿਵੇਂ ਫੁੱਟਬਾਲ, ਲੌਂਗ ਡਿਸਟੈਂਸ ਰਨਿੰਗ ਔਰ ਟੈਨਿਸ ਵਰਗੀਆਂ ਖੇਡਾਂ ਵਿੱਚ ਇੱਥੇ ਮਦਦਗਾਰ ਹੈ। ਪਲੱਸ ਇਹਨਾਂ ਦੀ ਹਾਈਟ। ਐਕਟੋਮੋਰਫ ਹਲਕਾ ਬਿਲਡ ਉਸ ਨੂੰ ਇੰਜਰੀ ਲੱਗਣ ਦੇ ਵਧੇਰੇ ਸਸਪੈਕਟੇਬਲ ਬਣਾਉਂਦਾ ਹੈ। ਥਰਮੋ ਰੈਗੂਲੇਸ਼ਨ ਉਹਨਾਂ ਦੇ ਸਰੀਰ ਦੀਆਂ ਦੂਜੀਆਂ ਕਿਸਮਾਂ ਨਾਲੋਂ ਵਧੇਰੇ ਆਸਾਨੀ ਨਾਲ ਆਉਂਦੇ ਹਨ, ਜਦੋਂ ਕਿ ਐਕਟੋਮੋਰਫ ਨੂੰ ਡੋਮੀਨੈਂਟ ਵਾਲੀਆਂ ਸਪੋਰਟਸ ਵਿੱਚ ਪ੍ਰਬਲਮਨ ਬਣਾਉਂਦੇ ਹਨ, ਜਿਵੇਂ ਮੈਰਾਥਨ ਹੋ ਗਈ, ਰਨਿੰਗ ਹੋ ਗਈ, ਸਵਿਮਿੰਗ ਹੋ ਗਈ, ਫੁੱਟਬਾਲ ਉਹਨਾਂ ਲਈ ਬਹੁਤ ਵਧੀਆ ਵਿਕਲਪ ਹਨ। ਜੇ ਐਕਟੋਮੋਰਫ ਟਾਲ ਹੈ ਤਾਂ ਬਾਸਕਟਬਾਲ ਵਿੱਚ ਵੀ ਵਧੀਆ ਪਰਫਾਰਮ ਕਰ ਸਕਦਾ ਹੈ। ਨੈਕਸਟ ਬੇਟਾ ਜੀ ਤੀਸਰੀ, ਨੈਕਸਟ ਹੈਗਾ ਜੀ ਮੈਸੋਮੋਰਫ। ਇੱਕ ਮੈਸੋਮੋਰਫ ਕਲਾਸਿਕ ਵੀ ਸ਼ੇਪ ਹੁੰਦਾ ਹੈ। ਨੈਰੋ ਹਿਪ ਐਂਡ ਵਾਈਡ ਸ਼ੇਪਡ ਬਾਡੀ ਹੁੰਦੀ ਹੈ। ਉਸ ਦੀਆਂ ਲੈਗਸ ਐਂਡ ਆਰਮਸ ਮਸਕੂਲਰ ਹੁੰਦੇ ਹਨ। ਸ਼ੋਲਡਰ ਬਰੌਡ ਹੁੰਦੇ ਹਨ। ਉਹਨਾਂ ਦੀਆਂ ਹਿਪ ਨੈਰੋ ਕਰਕੇ ਬਾਡੀ ਫੇਟ ਘੱਟ ਹੁੰਦੀ ਹੈ। ਮੈਸੋਮੋਰਫ ਆਸਾਨੀ ਨਾਲ ਵੇਟ ਗੇਨ ਔਰ ਲੂਜ਼ ਕਰ ਸਕਦੇ ਹਨ ਅਤੇ ਮਸਲਸ ਜਲਦੀ ਬਣਾ ਲੈਂਦੇ ਹਨ। ਜ਼ਿਆਦਾਤਰ ਮੈਸੋਮੋਰਫ ਆਪਣੀ ਏਜ ਦੇ ਅਨੁਸਾਰ ਨੈਚੁਰਲ ਲੱਗਦੇ ਹਨ। ਬਾਡੀ ਦੇ ਘੱਟ ਤੋਂ ਘੱਟ ਫੈਟ ਹੋਣ ਕਾਰਨ ਉਹ ਕਿਸੇ ਵੀ ਗੇਮ ਵਿੱਚ ਟੌਪ ਐਥਲੀਟ ਦੇ ਕੈਂਡੀਡੇਟ ਬਣਨ ਦੀ ਆਗਿਆ ਮਿਲਦੀ ਹੈ ਉਹਨਾਂ ਨੂੰ, ਕਿਉਂਕਿ ਉਹ ਕਾਰਡੀਓ ਐਂਡ ਰੈਸਿਸਟੈਂਸ ਦੀ ਟ੍ਰੇਨਿੰਗ ਵਧੀਆ ਢੰਗ ਨਾਲ ਰਿਸਪੌਂਡ ਕਰ ਸਕਦਾ ਹੈ। ਨਾਲ ਹੀ ਇੱਕ ਵਿਅਕਤੀ ਮੈਸੋਮੋਰਫ ਬਾਡੀ ਟਾਈਪ ਗੇਮਸ ਵਿੱਚ ਵਧੀਆ ਚੁਆਇਸ ਹੁੰਦੀ ਹੈ। ਉਹ ਆਸਾਨੀ ਨਾਲ ਵਧੀਆ ਪਰਫਾਰਮ ਕਰ ਸਕਦੇ ਹਨ। ਇਹ ਪੋਸੀਬਿਲਿਟੀਜ਼ ਹਨ ਕਿ ਵੇਟ ਲਿਫਟਿੰਗ, ਬਾਕਸਿੰਗ ਤੋਂ ਲੈ ਕੇ ਐਥਲੈਟਿਕਸ, ਸਪ੍ਰਿੰਟ, ਸਾਈਕਲਿੰਗ, ਸ਼ਾਰਟ ਡਿਸਟੈਂਸ ਰੇਸ, ਸਾਰੀਆਂ ਇਹ ਆਰਾਮ ਨਾਲ ਕਰ ਸਕਦੇ ਹਨ।